ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਡਾਕਟਰ ਗੁਰਮੇਸ਼ ਸਿੰਘ ਮਠਾੜੂ, ਜਨਰਲ ਸਕੱਤਰ ਪੰਜਾਬ ਲੋਕ ਹਿੱਤ ਪਾਰਟੀ। ਅੱਜ ਪੰਜਾਬ ਦੇ ਉਹਨਾਂ ਦਲਿਤ ਤੇ ਪਛੜੇ ਸਮਾਜ ਦੀਆਂ ਚਿੰਤਾਵਾਂ ਬਾਰੇ, ਧੱਕਿਆਂ ਬਾਰੇ ਗੱਲ ਕਰਨ ਲੱਗਾ। ਮੈਂ ਇੱਕ ਫੇਸਬੁੱਕ ਦੇ ਉੱਤੇ ਪੋਸਟ ਪਾਈ ਸੀ ਕਿ ਸਾਡੀ ਪਾਰਟੀ ਜਿਹੜੀ ਆ ਉਹ ਦਲਿਤ ਤੇ ਪਛੜੇ ਸਮਾਜ ਨੂੰ ਲੈ ਕੇ ਬਣਾਈ ਗਈ ਆ, ਜਿਸ ਵਿੱਚ ਭਾਰਤ ਦੇ ਸੰਵਿਧਾਨ ਦੇ ਮੁਤਾਬਕ ਜਿਸ ਵਰਗ ਦੀ ਜਿੰਨੀ ਗਿਣਤੀ ਆ ਉਹਨੂੰ ਸਰਕਾਰ 'ਚ, ਸਰਕਾਰੀ ਨੌਕਰੀਆਂ 'ਚ ਤੇ ਸਰਕਾਰੀ ਵਸੀਲਿਆਂ ਦੇ ਉੱਤੇ ਗਿਣਤੀ ਦੇ ਹਿਸਾਬ ਨਾਲ ਜਿਹੜਾ ਉਹ ਅਧਿਕਾਰ ਦਿੱਤਾ ਜਾਊਗਾ। ਪਰ ਕੁਝ ਲੋਕਾਂ ਨੇ ਇਸ ਗੱਲ ਦਾ ਖੰਡਨ ਕੀਤਾ ਕਿ ਅਸੀਂ ਜਾਤ ਪਾਤ ਨੂੰ ਉਭਾਰ ਰਹੇ ਹਾਂ, ਸਾਡੇ ਨਾਲ ਕੋਈ ਧੱਕਾ ਨਹੀਂ ਹੋ ਰਿਹਾ। ਕਿਉਂ ਨਹੀਂ ਹੋ ਰਿਹਾ? ਕਦੇ ਕੋਈ ਐਸੀ ਸਮਾਜ ਦਾ ਬੰਦਾ ਮਾਨਯੋਗ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਬਣਨ ਤੋਂ ਪਹਿਲਾਂ ਡੀਜੀਪੀ ਲਾਇਆ ਗਿਆ, ਮੁੱਖ ਸਕੱਤਰ ਲਾਇਆ ਗਿਆ, ਜਾਂ ਓਬੀਸੀ ਸਮਾਜ ਦਾ ਬੰਦਾ ਸਰਕਾਰੀ ਕਦੇ ਡੀਜੀਪੀ ਲਾਇਆ ਗਿਆ ਜਾਂ ਮੁੱਖ ਸਕੱਤਰ ਲਾਇਆ ਗਿਆ? ਹਮੇਸ਼ਾ ਹੀ ਜਨਰਲ ਵਰਗ ਦੇ ਲੋਕਾਂ ਨੂੰ ਲਾਇਆ ਗਿਆ। ਸਾਡੀ ਨੌਕਰੀਆਂ 'ਚ ਨੁਮਾਇੰਦਗੀ ਜੇ ਇਕੱਲੀ ਮੰਡਲ ਕਮਿਸ਼ਨ ਦੀ ਗੱਲ ਕਰ ਲਈਏ ਤਾਂ 27% ਬਣਦੀ ਸੀ 1990 ਦੇ ਵਿੱਚ। ਪੰਜਾਬ 'ਚ ਹਮੇਸ਼ਾ ਕਮਾਂਡ ਜਨਰਲ ਸਮਾਜ ਦੇ ਲੋਕਾਂ ਕੋਲ ਰਹਿਣ ਕਰਕੇ ਮੁੱਖ ਮੰਤਰੀਸ਼ਿਪ, ਮੰਤਰੀ ਪਦ ਤੇ ਵਿਧਾਇਕ ਉਹਨਾਂ ਦੇ ਜ਼ਿਆਦਾ ਹੋਣ ਕਰਕੇ ਪਹਿਲਾਂ 5% ਮੰਡਲ ਕਮਿਸ਼ਨ ਦੀ ਰਿਪੋਰਟ ਨੂੰ ਦਰਕਿਨਾਰ ਕਰਕੇ ਓਬੀਸੀ ਭਾਈਚਾਰੇ ਨੂੰ 5% ਦਿੱਤਾ ਜਾਂਦਾ ਸੀ ਤੇ ਸ਼ਡਿਊਲ ਕਾਸਟ ਨੂੰ 22%। ਜਦੋਂ ਕਿ ਬਾਬਾ ਸਾਹਿਬ ਡਾਕਟਰ ਭੀਮਰਾਓ ਅੰਬੇਦਕਰ ਨੇ 1950 ਦੇ ਵਿੱਚ 26 ਜਨਵਰੀ 1950 ਨੂੰ ਜਦੋਂ ਦੇਸ਼ ਦਾ ਸੰਵਿਧਾਨ ਲਾਗੂ ਹੋਇਆ, ਉਸ ਦਿਨ ਤੋਂ ਧਾਰਾ 340 ਦੇ ਅਧੀਨ ਸਾਡੀ ਗਿਣਤੀ ਦੇ ਹਿਸਾਬ ਨਾਲ ਸਾਨੂੰ ਨੁਮਾਇੰਦਗੀ ਦੇਣ ਦੀ ਜਿਹੜੀ ਉਹ ਸੰਵਿਧਾਨ 'ਚ ਦਰਜ ਕੀਤਾ, ਲਿਖਤ ਦਿੱਤਾ ਹੋਇਆ। ਪਰ ਪੂਰੇ ਭਾਰਤ ਦੇ ਵਿੱਚ ਓਬੀਸੀ ਨੂੰ ਨਾ ਤੇ ਧਾਰਾ 340 ਦੇ ਮੁਤਾਬਕ 1950 ਤੋਂ ਲੈ ਕੇ ਹੁਣ ਤੱਕ ਅਧਿਕਾਰ ਮਿਲੇ ਤੇ ਨਾ ਹੀ 1990 ਤੋਂ ਲੈ ਕੇ ਪੂਰੇ ਭਾਰਤ 'ਚ 27% ਰਿਜ਼ਰਵੇਸ਼ਨ, ਜਿਹੜੀ ਕਿ ਸਾਡੀ ਅੱਧੀ ਜਨਸੰਖਿਆ ਦੇ ਬਰਾਬਰ ਬਣਾ ਕੇ ਸਾਨੂੰ ਦਿੱਤੀ ਗਈ। ਰੁਪਈਏ 'ਚੋਂ 50 ਪੈਸੇ ਦੇਣੀ ਸੀ, ਉਹ ਵੀ ਨਹੀਂ ਦਿੱਤੀ ਗਈ। ਸਾਨੂੰ ਪੰਜਾਬ ਲੋਕ ਹਿੱਤ ਪਾਰਟੀ ਇਹਨਾਂ ਕਾਰਨਾਂ ਕਰਕੇ ਬਣਾਉਣੀ ਪਈ। ਤੇ ਤਾਜ਼ਾ ਇੱਕ ਉਦਾਹਰਨ ਦੇਣ ਲੱਗਾ ਮਨਸਰ ਦੀ। ਜੇ ਕਿਸੇ ਨੂੰ ਸ਼ੱਕ ਹੋਵੇ ਤਾਂ ਉਹ ਜਾ ਕੇ ਇੰਪਰੂਵਮੈਂਟ ਦਫ਼ਤਰ ਦੇ ਵਿੱਚੋਂ ਪਤਾ ਕਰ ਲਿਓ। ਇੱਕ ਸਰਕਾਰੀ ਠੇਕਾ ਜਿਹਦੇ ਉੱਤੇ ਇੱਕ ਓਬੀਸੀ ਭਾਈਚਾਰੇ ਦੇ ਠੇਕੇਦਾਰ ਨੇ 23.2% ਲੈਸ ਦੇ ਉੱਤੇ ਟੈਂਡਰ ਕੀਤਾ ਸੀ। ਉੱਥੇ ਹੀ ਇੱਕ ਕਾਂਗਰਸ ਨੇਤਾ ਜਿਹਨੇ ਆਪਣੇ ਰਿਸ਼ਤੇਦਾਰ ਦੀ ਦੇ ਨਾਂ ਤੇ ਇੱਕ ਫਰਮ ਬਣਾਈ ਹੈ, ਇਹੀ ਟੈਂਡਰ 1.5% ਲੈਸ ਦੇ ਉੱਤੇ ਭਰਿਆ ਹੋਇਆ ਸੀ। ਇਸ ਟੈਂਡਰ ਲਈ ਟੋਟਲ 8 ਉਮੀਦਵਾਰ ਸਨ, ਜਿਹਦੇ 'ਚ ਸਭ ਤੋਂ ਘੱਟ ਟੈਂਡਰ ਜਿਹੜਾ ਸੀ ਉਹ ਬਿਡ ਓਬੀਸੀ ਭਾਈਚਾਰੇ ਦੇ ਇੱਕ ਠੇਕੇਦਾਰ ਨੇ ਪਾਈ ਸੀ। ਇਹਨਾਂ ਬਦਮਾਸ਼ਾਂ ਨੇ
ਉਹ ਪਹਿਲਾਂ ਤਾਂ ਟੈਂਡਰ ਨਹੀਂ ਖੁੱਲ੍ਹਣ ਦਿੱਤਾ ਤੇ 3-4 ਦਿਨ ਪਹਿਲਾਂ ਜਦੋਂ ਉਹ ਬਿੱਡ ਨਾ ਖੁੱਲ੍ਹਣ ਕਰਕੇ ਆਪਣਾ ਅਧਿਕਾਰ ਨਾ ਮਿਲਣ ਕਰਕੇ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੀ ਮਿਸੀ ਨੂੰ ਮਿਲੇ ਤਾਂ ਮਿਸਿਸ ਸਿੱਧੂ ਨੇ ਇੰਪਰੂਵਮੈਂਟ ਟਰਸਟ ਦੇ ਚੇਅਰਮੈਨ ਨੂੰ ਫੋਨ ਕੀਤਾ। ਜਿਹੜਾ ਰਿਕਾਰਡ ਹੈ, ਜੇ ਕਿਸੇ ਨੂੰ ਸ਼ੱਕ ਹੋਵੇ ਤਾਂ ਮੈਡਮ ਸਿੱਧੂ ਦੇ ਫੋਨਾਂ ਤੋਂ ਇੰਪਰੂਵਮੈਂਟ ਟਰਸਟ ਦੇ ਚੇਅਰਮੈਨ ਦਮਨ ਦਾ ਨੰਬਰ ਜਾ ਕੇ ਕਾਲ ਕਢਾ ਕੇ ਵੇਖ ਸਕਦੇ ਹੋ। ਦਮਨ ਨਵਜੋਤ ਕੌਰ ਸਿੱਧੂ ਤੇ ਨਵਜੋਤ ਸਿੰਘ ਸਿੱਧੂ ਦੇ ਕਦਮਾਂ ਤੇ ਨਹੀਂ ਚੱਲਿਆ। ਦਮਨ ਨੇ ਉਸ ਕਾਂਗਰਸੀ ਲੀਡਰ ਨੂੰ ਇਨਫੋਰਮੇਸ਼ਨ ਦਿੱਤੀ ਕਿ ਅੱਜ ਮੈਨੂੰ ਬੀਬੀ ਸਿੱਧੂ ਨੇ ਫੋਨ ਕੀਤਾ ਇਸ ਫਰਮ ਨੂੰ ਮੈਰਿਟ ਦੇ ਉੱਤੇ ਟੈਂਡਰ ਖੋਲ ਕੇ ਕੰਮ ਦੇਣ ਦਾ। ਰਾਤ ਐਕਸੀਅਨ ਤੇ ਉਹ ਠੇਕੇਦਾਰ ਉਸ ਠੇਕੇਦਾਰ ਦੇ ਘਰ ਗਏ ਜਿਨ੍ਹਾਂ ਨੇ 1.5% ਦੇ ਉੱਤੇ ਕੰਮ ਭਰਿਆ ਸੀ। ਉਸ ਐਕਸੀਅਨ ਨੇ ਉਸ ਠੇਕੇਦਾਰ ਨੇ ਐਕਸੀਅਨ ਨੂੰ ਨਾ ਲੈ ਕੇ ਜਿਸ ਪਰਿਵਾਰ ਨੇ ਠੇਕੇਦਾਰ ਨੇ OBC ਸਮਾਜ ਦੇ ਪਰਿਵਾਰ ਨੇ 23.2% ਦੇ ਉੱਤੇ ਘਾਟੇ ਤੇ ਟੈਂਡਰ ਭਰਿਆ ਸੀ, ਜ਼ਬਰਦਸਤੀ ਉਹਦੇ ਕੋਲੋਂ ਟੈਂਡਰ ਵਿਦਡਰਾ ਕਰਵਾਇਆ ਤੇ ਇੰਪਰੂਵਮੈਂਟ ਟਰਸਟ ਨੂੰ 1.70 ਕਰੋੜ ਦਾ ਇਹ ਠੇਕਾ ਸੀ। ਆਪ ਹੀ ਕੈਲਕੂਲੇਸ਼ਨ ਕਰ ਲਓ ਕਿ ਕਰੀਬ 40 ਲੱਖ ਰੁਪਏ ਦਾ ਇੰਪਰੂਵਮੈਂਟ ਟਰਸਟ ਨੂੰ ਜਿਹੜਾ ਉਹ ਘਾਟਾ ਪਾਇਆ, ਜਿਹਦੇ 'ਚ ਦਮਨ ਸਾਬਕਾ ਚੇਅਰਮੈਨ ਬੱਸੀ ਦਿਨੇਸ਼ ਬੱਸੀ ਤੇ ਸਟਾਰ ਕੰਪਨੀ ਦਾ ਠੇਕੇਦਾਰ ਰਲੇ ਹੋਏ ਨੇ। ਮੈਂ ਨਵਜੋਤ ਸਿੰਘ ਸਿੱਧੂ ਨੂੰ ਵੀ ਅਪੀਲ ਕਰਨਾ ਚਾਹੁੰਦਾ ਕਿ ਆਪਣੇ ਦਵਾ ਲਿਓ ਇਹ ਹੱਡੋ ਰੋੜੇ ਦੇ ਕੁੱਤਿਆਂ ਨੂੰ ਪਰੇ ਕਰ ਦਿਓ ਜਿਹੜੇ ਤੁਹਾਡੀ ਇਮਾਨਦਾਰੀ ਨੂੰ ਦਾਗਦਾਰ ਕਰਦੇ ਨੇ। ਐਵੇਂ ਨਹੀਂ ਦੁੱਕੀ ਤਿੱਕੀ ਉੱਠ ਕੇ ਤੁਹਾਡੇ ਤੇ ਇਲਜ਼ਾਮ ਲਾਉਂਦੇ, ਕਿਉਂਕਿ ਤੁਹਾਡੀ ਕਿਚਨ ਕੈਬਨਿਟ ਦੇ ਵਿੱਚ ਵਿਸ਼ਵਾਸ ਪਾਤਰ ਜਿਹੜੇ ਬਣੇ ਨੇ ਉਹ ਵੀ ਹੱਡੋ ਰੋੜੇ ਦੇ ਕੁੱਤੇ ਨੇ। ਉਹਨਾਂ 'ਚ ਬਹੁਤ ਜ਼ਿਆਦਾ ਕੋਈ 2-4 ਛੱਡ ਦੇਵਾਂ ਤਾਂ ਮੈਂ ਬਹੁਤੀ ਗੱਲ ਨਹੀਂ ਕਹਿੰਦਾ, ਪਰ ਹਮੇਸ਼ਾ ਹੀ ਜਦੋਂ ਤੋਂ ਤੁਸੀਂ ਸਿਆਸਤ 'ਚ ਆਏ ਜੇ 2004 ਤੋਂ ਤੁਹਾਡੀ ਕਿਚਨ ਦੇ ਵਿੱਚ ਹਮੇਸ਼ਾ ਹੀ 99% ਦਾਗਦਾਰ ਲੋਕਾਂ ਦੀ ਸ਼ਮੂਲੀਅਤ ਰਹੀ ਹੈ, ਜਿਹੜੀ ਤੁਹਾਡੀ ਪਿੱਠ ਪਿੱਛੇ ਤੁਹਾਡਾ ਅਕਸ ਦਾ ਨੁਕਸਾਨ ਕਰਦੀ ਰਹੀ ਹੈ ਤੇ ਆਪਣੀਆਂ ਜੇਬਾਂ ਭਰਦੀ ਰਹੀ ਹੈ। ਇਸ ਘਟਨਾ ਦੀ ਮੈਂ ਸੋਸ਼ਲ ਮੀਡੀਆ ਰਾਹੀਂ ਤੁਹਾਨੂੰ ਜਾਣਕਾਰੀ ਦੇਣਾ ਕਿ ਇਸ ਦੀ ਇਨਕੁਆਇਰੀ ਕਰਵਾਓ। ਜਿਹੜਾ 40 ਲੱਖ ਰੁਪਏ ਦਾ ਘਾਟਾ ਇੰਪਰੂਵਮੈਂਟ ਟਰਸਟ ਨੂੰ ਇਸ ਠੇਕੇ 'ਚੋਂ ਪਿਆ, ਇਸੇ ਤਰ੍ਹਾਂ ਹੀ 3 ਠੇਕੇ ਜਿਹੜੇ ਇੰਪਰੂਵਮੈਂਟ ਟਰਸਟ ਦੇ ਇੱਕੋ ਫਰਮ ਨੇ ਹਾਸਲ ਕੀਤੇ ਨੇ, ਦੂਜੇ ਠੇਕੇਦਾਰਾਂ ਨੂੰ ਦਬਾ ਕੇ ਉਹਨਾਂ ਦੀ ਉੱਤੇ ਆਪਣੇ ਕਾਂਗਰਸੀ ਹੋਣ ਦਾ ਦਬਾਅ ਪਾ ਕੇ ਮੈਂ ਨਵਜੋਤ ਕੌਰ ਸਿੱਧੂ ਨੂੰ ਤੇ ਨਵਜੋਤ ਸਿੰਘ ਸਿੱਧੂ ਨੂੰ 100% ਇਮਾਨਦਾਰ ਮੰਨਦਾ। ਮੈਂ ਵੀ 2017 ਤੱਕ ਨਵਜੋਤ ਸਿੰਘ ਸਿੱਧੂ ਦਾ ਸਾਥੀ ਰਿਹਾ ਤੇ ਮੈਂ ਚੰਗੀ ਤਰ੍ਹਾਂ ਜਾਣਦਾ ਕਿ ਨਵਜੋਤ ਸਿੰਘ ਸਿੱਧੂ ਹੋਰੀ ਕਦੇ ਵੀ ਹਰਾਮ ਦਾ ਮਾਲ ਨਹੀਂ ਖਾਂਦੇ, ਪਰ ਨਵਜੋਤ ਸਿੰਘ ਸਿੱਧੂ ਹੋਰਾਂ ਦੇ ਨਾਂ ਦੇ ਉੱਤੇ ਹਰਾਮ ਦਾ ਮਾਲ ਖਾਣ ਵਾਲੇ ਬਹੁਤ ਸਾਰੇ ਨਵਜੋਤ ਸਿੰਘ ਸਿੱਧੂ ਦੇ ਘਰ ਫਿਰਦੇ ਨੇ ਤੇ ਫਿਰਦੇ ਰਹੇ ਨੇ, ਜਿਨ੍ਹਾਂ 'ਚ ਬਹੁਤ ਸਾਰਿਆਂ ਦਾ ਪਤਾ ਵੀ ਲੱਗ ਚੁੱਕਾ ਨਵਜੋਤ ਸਿੰਘ ਸਿੱਧੂ ਨੂੰ ਕਿ ਆਹ ਮੇਰੇ ਨਾਂ ਦੇ ਉੱਤੇ ਠੱਗੀਆਂ ਮਾਰਦੇ ਰਹੇ ਨੇ। ਮੈਂ OBC ਭਾਈਚਾਰੇ ਦੇ ਲੋਕੋ, ਇਹ ਪਾਰਟੀ ਬਣਾਉਣ ਦਾ ਕੋਈ ਮਕਸਦ ਹੋਰ ਨਹੀਂ ਸੀ। ਸਾਨੂੰ ਵੀ ਬੈਠੇ ਬਿਠਾਇਆ ਹੀ
ਆਪੋ ਆਪਣੀਆਂ ਪਾਰਟੀਆਂ 'ਚ ਟਿਕਟਾਂ ਮਿਲਦੀਆਂ ਪਈਆਂ ਸੀ। ਪਾਰਟੀਆਂ 'ਚ ਨੈਸ਼ਨਲ ਲੈਵਲ ਦੇ ਉੱਤੇ ਸਾਡੀ ਪਹੁੰਚ ਸੀ। ਘਰੇ ਬੈਠਾ ਸਾਰੇ ਸਟੇਟਾਂ 'ਚ ਸਾਡੇ ਕੰਮ ਹੁੰਦੇ ਸੀ। ਪਰ ਤੁਹਾਡੀ ਇਹ ਪੀੜਾ ਨੂੰ ਲੈ ਕੇ ਕਿ ਮੇਰੇ ਸਮਾਜ ਦੇ ਲੋਕਾਂ ਦਾ ਜੋ ਘਾਣ ਕੀਤਾ ਜਾ ਰਿਹਾ ਹੈ, ਜੋ ਅਧਿਕਾਰ ਗੁਪਤ ਤਰੀਕੇ ਨਾਲ ਖੋਏ ਜਾ ਰਹੇ ਨੇ, ਉਹਨਾਂ ਨੂੰ ਬਚਾਉਣ ਲਈ ਜੇ ਮੈਨੂੰ ਮਾੜੇ ਮੋਟੇ ਪਦ ਦੀ ਜਾਂ ਟਿਕਟ ਦੀ ਕੁਰਬਾਨੀ ਦੇਣੀ ਪਊਗੀ ਤਾਂ ਮੈਂ ਇਹ ਕੁਰਬਾਨੀ ਦੇਣ ਨੂੰ ਤਿਆਰ ਹਾਂ ਤੇ ਦਿੱਤੀ ਵੀ ਆ। ਪੰਜਾਬ ਲੋਕ ਹਿੱਤ ਪਾਰਟੀ ਬਣਾਉਣ ਤੋਂ ਬਾਅਦ ਵੀ ਮੈਨੂੰ ਮੇਰੀ ਸਾਬਕਾ ਪਾਰਟੀ ਵੱਲੋਂ ਟਿਕਟ ਦੀ ਆਫਰ ਹੋਈ, ਨਾਲ 4 ਟਿਕਟਾਂ ਹੋਰ ਆਪਣੀ ਬਰਾਦਰੀ ਨੂੰ ਦੇਣ ਵਾਸਤੇ ਉਹਨਾਂ ਨੇ ਗੱਲ ਕੀਤੀ, ਜਿਹੜੇ ਵਿੱਚ ਮੇਰੇ ਵੱਲੋਂ ਮੇਰੇ ਸਾਥੀ ਪੈਰਵਾਈ ਕਰਦੇ ਰਹੇ। ਪਰ ਮੈਂ ਉਹਨਾਂ ਤੋਂ ਮਾਫੀ ਮੰਗੀ ਕਿ ਅਸੀਂ ਪੰਜਾਬ ਦੇ ਲੋਕਾਂ ਦੀ, ਆਪਣੇ ਸਮਾਜ ਦੀ, ਦਲਿਤ ਸਮਾਜ ਦੀ ਪੀੜਾ ਨੂੰ ਜਾਣਦੇ ਹੋਏ ਇਹਨਾਂ ਨੂੰ ਸਨਮਾਨ ਦਿਵਾਉਣ ਲਈ, ਇਹਨਾਂ ਦੇ ਬਣਦੇ ਅਧਿਕਾਰ ਦਿਵਾਉਣ ਲਈ ਹੁਣ ਆਪਣੇ ਬੇਦਾਗ ਸਾਥੀ ਸਰਦਾਰ ਮਲਕੀਤ ਸਿੰਘ ਬੀਰਮੀ ਜੀ ਦੀ ਅਗਵਾਈ 'ਚ ਪਾਰਟੀ ਬਣਾਈ ਹੈ। ਤੇ ਮਲਕੀਤ ਸਿੰਘ ਬੀਰਮੀ ਜੀ 2022 'ਚ ਸਾਡੇ ਮੁੱਖ ਮੰਤਰੀ ਹੋਣਗੇ, ਜਿਹਦੀ ਧਮਕ ਨਾਲ ਬਹੁਤ ਸਾਰੇ ਰਜਵਾੜੇ ਘਰਾਣੇ ਜਿਹੜੇ ਆ ਉਹ ਘਬਰਾ ਗਏ ਨੇ ਤੇ ਰੋਜ਼ ਮੈਸੇਜ ਆਉਂਦੇ ਨੇ। ਅਲਾਈਸ ਕਰਨ ਦੇ ਕਈ ਤਰ੍ਹਾਂ ਦੇ ਲਾਲਚ ਆਉਂਦੇ ਨੇ। ਡਰਾਉਣ ਦੀ ਕਿਸੇ ਦੀ ਜ਼ਰੂਰਤ ਨਹੀਂ ਸਾਨੂੰ, ਕਿਉਂਕਿ ਕਦੇ ਹਲਕਾਏ ਕੁੱਤੇ ਬੱਬਰ ਸ਼ੇਰਾਂ ਦਾ ਰਸਤਾ ਨਹੀਂ ਰੋਕਦੇ ਹੁੰਦੇ। ਤੇ ਜਦੋਂ ਵੀ ਬੱਬਰ ਸ਼ੇਰ ਨੂੰ ਭਰਮਾਉਣਗੇ, ਕਿਸੇ ਲਾਲਚ 'ਚ ਭਰਮਾਉਣਗੇ, ਟਾਕਰਾ ਕਰਨ ਦੀ ਕਿਸੇ ਦੀ ਜ਼ਰੂਰਤ ਨਹੀਂ। ਭਾਵੇਂ ਹਜ਼ਾਰਾਂ ਇਕੱਠੇ ਹੋ ਜਾਣ, ਬੱਬਰ ਸ਼ੇਰ ਇੱਕੋ ਹੀ ਬੜਾ ਹੁੰਦਾ। ਤੇ ਅੱਜ ਜਿਹੜੀ ਪੰਜਾਬ ਲੋਕ ਹਿੱਤ ਪਾਰਟੀ ਬਣੀ ਹੈ, ਇਹ ਹਜ਼ਾਰਾਂ ਬੱਬਰ ਸ਼ੇਰਾਂ ਦੀ ਪਾਰਟੀ ਬਣੀ ਹੈ ਤੇ ਕਰੀਬ 2.5 ਕਰੋੜ ਦਲਿਤ ਸਮਾਜ, ਪਛੜਾ ਸਮਾਜ ਦੇ ਲੋਕ ਇਸ ਪਲੇਟਫਾਰਮ ਤੇ ਜਲਦ ਤੋਂ ਜਲਦ ਆ ਰਹੇ ਨੇ। ਆਉਣ ਵਾਲੀ ਇਹ ਇਲੈਕਸ਼ਨ 2022 ਵਾਲੀ ਇੱਕ ਤਰਫਾ ਹੋਊਗੀ ਤੇ ਇਸ ਤੋਂ ਬਾਅਦ ਮੈਂ ਤੁਹਾਨੂੰ ਯਕੀਨ ਦਿਵਾਉਣਾ, ਤਗੜੇ ਹੋ ਜਾਓ, ਆਪਣੇ ਪਰਿਵਾਰ ਦੀ ਇੱਕ ਇੱਕ ਵੋਟ ਪੰਜਾਬ ਲੋਕ ਹਿੱਤ ਪਾਰਟੀ ਨੂੰ ਪਾ ਦਿਓ। ਤੁਹਾਡੇ ਹੱਕ ਖੋਣ ਵਾਲੇ, ਚਾਹੇ ਉਹ ਸਰਕਾਰ 'ਚ, ਚਾਹੇ ਠੇਕੇਦਾਰੀ 'ਚ, ਚਾਹੇ ਤੁਹਾਡੀਆਂ ਜ਼ਮੀਨਾਂ ਤੇ ਕਬਜ਼ਾ ਕਰਕੇ ਬੈਠੇ। ਪਿੱਛੇ ਜੇ ਮੇਰੇ ਕੋਲ ਇੱਕ ਰਾਮਗੜੀਆ ਪਰਿਵਾਰ ਦਾ ਮਸਲਾ ਆਇਆ ਸੀ ਕਿ ਕਿਸ ਤਰ੍ਹਾਂ ਦੱਖਣੀ ਹਲਕੇ ਦੇ ਲੋਟੂ ਟੋਲੇ ਨੇ, ਅੰਮ੍ਰਿਤਸਰ ਦੇ ਨੇ, ਪਹਿਲਾਂ ਉਹਦੇ ਪਲਾਟ ਤੇ ਕਬਜ਼ਾ ਕਰਵਾਇਆ ਤੇ ਫਿਰ ਆਉਣੇ ਪਾਉਣੇ ਭਾਵਾਂ ਦੇ ਵਿੱਚ ਉਹਨੂੰ ਪਲਾਟ ਵੇਚਣ ਲਈ ਮਜਬੂਰ ਕਰਤਾ, ਕਿਉਂਕਿ ਸਰਕਾਰੀ ਦਰਬਾਰੇ ਉਹ ਜਿੱਥੇ ਜਾਂਦਾ ਸੀ ਉੱਥੇ ਹੀ ਇਹ ਲੋਟੂ ਟੋਲੇ ਦੇ ਰਿਸ਼ਤੇਦਾਰ, ਇਹਨਾਂ ਵੱਲੋਂ ਲਾਏ ਗਏ ਅਫਸਰ ਉਹਨੂੰ ਇਸ ਕਰਕੇ ਇਨਸਾਫ ਨਹੀਂ ਦਿੰਦੇ ਕਿਉਂਕਿ ਉਹ ਰਾਮਗੜੀਆ ਸੀ, ਤਰਖਾਣ ਸੀ। ਮੈਂ ਉਸ ਦਿਨ ਪ੍ਰਣ ਕੀਤਾ ਸੀ, ਅੱਜ ਤੋਂ 1.5-2 ਸਾਲ ਪਹਿਲਾਂ, ਕਿ ਆਪਣੇ ਸਮਾਜ ਨੂੰ ਬਚਾਉਣ ਲਈ, ਚਾਹੇ ਉਹ ਐਸਸੀ ਸਮਾਜ ਹੈ, ਚਾਹੇ ਓਬੀਸੀ ਸਮਾਜ ਹੈ, ਇਹਨੂੰ ਬਚਾਉਣ ਲਈ ਇੱਕ ਪਾਰਟੀ ਬਣਾਈ ਜਾਊਗੀ ਤੇ ਇਹਨਾਂ ਲੋਕਾਂ ਨੂੰ ਵਿਧਾਇਕ ਬਣਾਇਆ ਜਾਊਗਾ, ਚੇਅਰਮੈਨ ਬਣਾਇਆ ਜਾਊਗਾ, ਮੈਂਬਰ ਪਾਰਲੀਮੈਂਟ ਬਣਾਇਆ ਜਾਊਗਾ, ਮੰਤਰੀ ਬਣਾਇਆ ਜਾਊਗਾ ਤੇ ਮੁੱਖ ਮੰਤਰੀ ਵੀ ਇਹਨਾਂ ਚੋਂ ਬਣਾਇਆ ਜਾਊਗਾ। ਪਿਛਲੇ 26 ਅਕਤੂਬਰ ਨੂੰ ਅਸੀਂ ਮਾਨਯੋਗ ਮਲਕੀਤ ਸਿੰਘ ਬੀਰਮੀ ਜੀ ਦੀ ਅਗਵਾਈ ਵਿੱਚ ਚੰਡੀਗੜ੍ਹ ਪ੍ਰੈਸ ਕਲੱਬ 'ਚ ਪੰਜਾਬ ਲੋਕ ਹਿੱਤ ਪਾਰਟੀ ਬਣਾਈ ਆ, ਜਿਹਦਾ ਮੈਂ ਜਨਰਲ ਸਕੱਤਰ ਹਾਂ। ਸਾਡੀ 31 ਮੈਂਬਰੀ ਬੱਬਰ ਸ਼ੇਰਾਂ ਦੀ ਟੀਮ ਬਣੀ ਆ। ਆਓ ਸਾਡਾ ਸਾਥ ਦਿਓ। ਜਿਨ੍ਹਾਂ ਲੋਕਾਂ ਨੇ ਅੱਜ ਤੋਂ 20 ਸਾਲ 30 ਸਾਲ ਪਹਿਲਾਂ ਵੀ ਤੁਹਾਡੀਆਂ ਜਾਇਦਾਦਾਂ ਤੇ
ਆਪਣੇ ਸਰਕਾਰੀ ਅਫਸਰ ਰਿਸ਼ਤੇਦਾਰਾਂ ਦੀ ਸ਼ਹਿ ਦੇ ਉੱਤੇ ਜਾਂ ਮੰਤਰੀਆਂ ਵਿਧਾਇਕਾਂ ਦੀ ਸ਼ਹਿ ਦੇ ਉੱਤੇ ਕਬਜ਼ੇ ਕਰਕੇ ਆਉਣੇ ਪਾਉਣੇ ਦਾਮ 'ਚ ਜਿਹੜੀਆਂ ਤੁਹਾਡੀਆਂ ਜ਼ਮੀਨਾਂ ਖਰੀਦੀਆਂ ਨੇ, ਪਹਿਲੇ 6 ਮਹੀਨਿਆਂ 'ਚ ਉਹਨਾਂ ਬਦਮਾਸ਼ਾਂ ਨੂੰ ਉਹਨਾਂ ਦੀ ਬਣਦੇ ਜਿਹੜਾ ਜਗ੍ਹਾ ਪਹੁੰਚਾ ਕੇ ਤੁਹਾਨੂੰ ਤੁਹਾਡੇ ਜ਼ਮੀਨਾਂ ਤੇ ਕਬਜ਼ੇ, ਤੁਹਾਡੇ ਖੋਏ ਹੋਏ ਹੱਕ ਜਿਹੜੇ ਆ ਉਹ ਦਿਵਾਉਣ ਦਾ ਮੈਂ ਵਾਅਦਾ ਕਰਦਾ। ਆਓ ਇਹਨਾਂ ਜਨਰਲ ਸਮਾਜ ਦੇ ਭੇੜੀਆਂ ਨੂੰ ਨੱਥ ਪਾਉਣ ਲਈ, ਇਹਨਾਂ ਦੀ ਔਕਾਤ ਦੱਸਣ ਲਈ ਇਕੱਠੇ ਹੋਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।